ਸਤਿ ਸ੍ਰੀ ਅਕਾਲ। ਸਾਹਿਤਕ ਸੱਚ ਚੈਨਲ ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਾਹਿਤਕ ਮਹਾਨਤਾ ਬਾਰੇ ਚਰਚਾ ਕਰਨ ਲਈ ਹਾਜ਼ਰ ਹੋਏ ਹਾਂ। ਇਸ ਤੋਂ ਪਹਿਲਾਂ ਕਿ ਚਰਚਾ ਸ਼ੁਰੂ ਕੀਤੀ ਜਾਵੇ, ਚੈਨਲ ਤੇ ਨਵੇਂ ਜੁੜੇ ਵਿਦਿਆਰਥੀ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਬੈਲ ਦਾ ਬਟਨ ਵੀ ਦਬਾ ਸਕਦੇ ਹੋ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਤੱਕ ਸਮੇਂ ਸਿਰ ਪੁੱਜਦੀਆਂ ਰਹਿਣ। ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਹੁਣ ਤੱਕ ਜਾਰੀ ਕੀਤੀਆਂ ਲੈਕਚਰ ਲੜੀਆਂ ਨੂੰ ਸੁਣਦੇ ਰਹਿਣਾ ਅਤੇ ਆਪਣੀ ਕਲਾਸ ਦੇ ਸਿਲੇਬਸ ਸੰਬੰਧੀ ਸੰਪੂਰਨ ਜਾਣਕਾਰੀ ਹਾਸਿਲ ਕਰਦੇ ਰਹਿਣਾ। ਨਾਲ ਹੀ ਸਾਹਿਤਕ ਸੱਚ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਨਾ ਨਾ ਭੁੱਲਣਾ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਚੈਨਲ ਦੇ ਨਾਲ ਜੋੜ ਕੇ ਉਹਨਾਂ ਦੀ ਪੜ੍ਹਾਈ ਦੇ ਵਿੱਚ ਤੁਹਾਡਾ ਯੋਗਦਾਨ ਜੋ ਹੈ ਉਹ ਵੀ ਸ਼ਾਮਿਲ ਹੋ ਸਕੇ। ਔਰ ਇਸ ਯੋਗਦਾਨ ਦੇ ਲਈ ਤੁਹਾਡਾ ਸਾਹਿਤਕ ਸੱਚ ਚੈਨਲ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਅਤੇ ਸਬਸਕ੍ਰਾਈਬ ਕਰਨਾ ਜੋ ਹੈ ਚੈਨਲ ਦੇ ਵਿਕਾਸ ਦੇ ਵਿੱਚ ਅਤੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਵਿੱਚ, ਉਹਨਾਂ ਦੇ ਭਵਿੱਖ ਦੇ ਵਿੱਚ ਤੁਹਾਡਾ ਜੋ ਹੈ ਨਿਵੇਕਲਾ ਯੋਗਦਾਨ ਪਾ ਸਕਦਾ ਹੈ। ਸੋ ਆਓ ਜੋੜਦੇ ਹਾਂ ਅੱਜ ਦੀ ਕਲਾਸ ਦੇ ਨਾਲ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੰਜਾਬੀ ਸਾਹਿਤ ਜਾਂ ਭਾਰਤੀ ਸਾਹਿਤ ਵਿੱਚ ਹੀ ਨਹੀਂ ਸਗੋਂ ਸਮੁੱਚੇ ਵਿਸ਼ਵ ਦੇ ਸਾਹਿਤ ਦੇ ਵਿੱਚ ਨਿਵੇਕਲਾ ਸਥਾਨ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਅਜਿਹੀ ਮਹਾਨਤਮ ਕਿਰਤ ਹੈ, ਇੱਕ ਮਹਾਨਤਮ ਗ੍ਰੰਥ ਹੈ ਉਸ ਸਮੇਂ ਦਾ। ਕਿਸ ਸਮੇਂ ਦਾ? ਮੱਧਕਾਲ ਦਾ। ਇਹ ਮੱਧਕਾਲ ਦਾ ਇੱਕ ਮਹਾਨਤਮ ਅਤੇ ਅਧਿਆਤਮਕ ਗ੍ਰੰਥ ਹੈ ਜਿਸ ਦਾ ਘੇਰਾ 12ਵੀਂ 13ਵੀਂ ਸਦੀ ਤੋਂ ਲੈ ਕੇ 12ਵੀਂ 13ਵੀਂ ਸਦੀ ਭਾਵ ਬਾਬਾ ਫਰੀਦ ਜੀ ਦਾ ਜਨਮ ਸਮਾਂ ਜੋ ਹੈ 1173 ਈਸਵੀ ਦਾ ਹੈ। ਸੋ ਬਾਬਾ ਫਰੀਦ ਦੇ ਬਾਣੀ ਤੋਂ ਲੈ ਕੇ, ਬਾਬਾ ਫਰੀਦ ਦੀਆਂ ਰਚਨਾਵਾਂ ਤੋਂ ਲੈ ਕੇ ਉਸ ਸਮੇਂ ਤੋਂ ਲੈ ਕੇ 17ਵੀਂ ਸਦੀ ਤੱਕ ਫੈਲਿਆ ਹੋਇਆ ਹੈ। ਔਰ ਇਸ ਦੇ ਵਿੱਚ 500 ਸਾਲਾਂ ਦਾ ਜੋ ਸਾਹਿਤ ਹੈ ਉਹ ਸਮੋਇਆ ਹੋਇਆ ਹੈ। ਔਰ ਇਸ ਕਾਰਜ ਨੂੰ ਸਿਰੇ ਚਾੜਨ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਸੰਪਾਦਕ ਦੇ ਰੂਪ ਦੇ ਵਿੱਚ ਇਸ ਗ੍ਰੰਥ ਦੀ ਸੰਪਾਦਨਾ ਕਰਦਿਆਂ ਹੋਇਆਂ ਜੋ ਵਡਮੁੱਲਾ ਯੋਗਦਾਨ ਪਾਇਆ ਹੈ, ਜਿਨੇ ਸਿਰੜ ਦੇ ਨਾਲ ਘਾਲਣਾ ਘਾਲੀ ਹੈ, ਜਿਨੇ ਠਰਮੇ ਤੋਂ ਕੰਮ ਲੈਂਦਿਆਂ ਹੋਇਆਂ ਉਹਨਾਂ ਨੇ 500 ਸਾਲਾਂ ਦੇ ਸਮੇਂ ਦੇ ਵਿੱਚ ਜਿੰਨੇ ਵੀ ਮਹਾਂਪੁਰਸ਼ ਹੋਏ ਸਨ ਉਹਨਾਂ ਦੀ ਬਾਣੀ ਨੂੰ ਜਿਸ ਢੰਗ ਦੇ ਨਾਲ ਇਕੱਤਰਿਤ ਕਰਵਾਇਆ, ਉਸ ਦਾ ਮੁਲਾਂਕਣ ਕੀਤਾ ਤੇ ਉਸ ਬਾਣੀ ਦੇ ਵਿੱਚੋਂ ਕੱਚੀ ਬਾਣੀ ਤੇ ਸੱਚੀ ਬਾਣੀ ਦਾ ਨਿਖੇੜਾ ਵੀ ਕੀਤਾ। ਇਹ ਕੱਚੀ ਬਾਣੀ ਤੇ ਸੱਚੀ ਬਾਣੀ ਦਾ ਜੋ ਵਿਦਿਆਰਥੀਆਂ ਦੇ ਮਨ ਦੇ ਵਿੱਚ ਹੋਏਗਾ ਕਿ ਕੱਚੀ ਬਾਣੀ ਜਾਂ ਸੱਚੀ ਬਾਣੀ ਦਾ ਜੋ ਨਿਖੇੜਾ ਕਿਸ ਢੰਗ ਦੇ ਨਾਲ ਕੀਤਾ ਗਿਆ, ਕਿਉਂਕਿ ਜੋ ਸੱਚੀ ਬਾਣੀ ਸੀ ਭਾਵ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਕੀਤੀ ਗਈ ਬਾਣੀ, ਇਹ ਸੱਚੀ ਬਾਣੀ ਹੈ। ਸੱਚੀ ਬਾਣੀ ਕਿਵੇਂ ਹੈ ਕਿ ਇਸ ਗ੍ਰੰਥ ਦੇ ਵਿੱਚ ਜਿੰਨੇ ਵੀ ਸ਼ਾਮਿਲ ਮਹਾਂਪੁਰਸ਼ ਹਨ, ਗੁਰੂ ਸਾਹਿਬਾਨ ਹਨ ਜਾਂ ਭਗਤ ਸਾਹਿਬਾਨ ਹਨ, ਇਹਨਾਂ ਦੇ ਜੋ ਬਾਣੀ ਹੈ ਭਾਵ ਉਹਨਾਂ ਦੇ ਜੋ ਜੀਵਨ ਸਿਧਾਂਤ ਹਨ ਔਰ ਉਹਨਾਂ ਦਾ ਜੀਵਨ ਹੈ ਉਹ ਇੱਕ ਮਿਕਤਾ ਸੀ, ਉਸ ਦੇ ਵਿੱਚ ਇੱਕ ਸੁਰਤਾ ਸੀ ਭਾਵ ਉਹਨਾਂ ਦੇ ਵਿੱਚ ਮਨ, ਵਚਨ ਤੇ ਕਰਮ ਦੀ ਜੋ ਇੱਕ ਸੁਰਤਾ ਸੀ, ਉਸ ਸਦਕਾ ਉਹਨਾਂ ਦੀ ਬਾਣੀ ਸੱਚੀ ਬਾਣੀ ਦਾ ਦਰਜਾ ਅਖਤਿਆਰ ਕਰ ਗਈ। ਭਾਵ ਉਹਨਾਂ ਨੇ ਜੋ ਲਿਖਿਆ, ਜੋ ਜੀਵਨ ਦੇ ਵਿੱਚ ਜਿਸ ਢੰਗ ਦੇ ਨਾਲ ਵਿਚਰੇ ਔਰ ਜੋ ਕਰਦੇ ਰਹੇ, ਜੋ ਕਹਿੰਦੇ ਰਹੇ, ਉਹਦੇ ਵਿੱਚ ਕੋਈ ਫਰਕ ਨਹੀਂ ਸੀ। ਕਹਿਣੀ ਤੇ ਕਰਨੀ ਦੇ ਵਿੱਚ ਕੋਈ ਅੰਤਰ ਨਹੀਂ ਸੀ। ਪਰ ਕੱਚੀ ਬਾਣੀ ਜਿਸ ਦੇ ਵਿੱਚ ਜੋ ਹੈ ਪੀਲੂ, ਕਾਨਾ ਔਰ ਸ਼ਾਹ ਹੁਸੈਨ ਦੀ ਤੇ ਛੱਜੂ ਭਗਤ ਦੀਆਂ ਬਾਣੀਆਂ ਵੀ ਰਚਨਾਵਾਂ ਜੋ ਸਨ ਉਹ ਵੀ ਆਈਆਂ ਸਨ ਇਸ ਗ੍ਰੰਥ ਦੇ ਵਿੱਚ ਸ਼ਾਮਿਲ ਹੋਣ ਦੇ ਲਈ, ਜਾਂ ਮੰਗਵਾਈਆਂ ਗਈਆਂ ਜਾਂ ਉਹਨਾਂ ਦੁਆਰਾ ਭੇਜੀਆਂ ਗਈਆਂ। ਪਰ ਉਹ ਜੋ ਸਨ ਉਹਨਾਂ ਬਾਣੀਆਂ ਰਚਨਾਵਾਂ ਦੇ ਵਿੱਚ ਜੋ ਹੈ ਇੱਕ ਸੁਰਤਾ ਦੀ ਘਾਟ ਸੀ ਭਾਵ ਮਨ, ਵਚਨ ਤੇ ਕਰਮ ਦੀ ਜੋ ਇੱਕ ਸੁਰਤਾ ਸੀ ਉਹਦੀ ਘਾਟ ਹੋਣ ਸਦਕਾ ਬਾਇਜ਼ਤ ਉਹਨਾਂ ਦੀਆਂ ਰਚਨਾਵਾਂ ਨੂੰ ਕੱਚੀ ਬਾਣੀ ਦਾ ਦਰਜਾ ਦੇ ਕੇ ਵਾਪਸ ਕਰ ਦਿੱਤਾ ਗਿਆ ਸੀ। ਸੋ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ 500 ਸਾਲਾਂ ਦੇ ਵਿੱਚ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਦੇ ਵਿੱਚ, ਹਿੰਦੁਸਤਾਨ ਦੀ ਧਰਤੀ ਦੇ ਉੱਤੇ ਜਿੰਨੇ ਵੀ ਵੱਖ-ਵੱਖ ਪ੍ਰਾਂਤ ਸਨ, ਖਿੱਤੇ ਸਨ, ਉੱਥੇ ਜੋ ਮਹਾਂਪੁਰਸ਼ ਹੋਏ ਸਨ ਉਹਨਾਂ ਦੀ ਬਾਣੀ ਨੂੰ ਇਕੱਤਰਿਤ ਕਰਵਾਉਣਾ, ਉਸ ਨੂੰ ਜੋ ਹੈ ਉਸ ਦਾ ਮੁਲਾਂਕਣ ਕਰਨਾ ਔਰ ਇਸ ਗ੍ਰੰਥ ਦੇ ਵਿੱਚ ਸ਼ਾਮਿਲ ਕਰਨਾ ਔਰ ਫਿਰ ਉਸ ਨੂੰ ਬੜੀ ਤਰਤੀਬ ਦੇ ਨਾਲ, ਬੜੀ ਵਿਉਂਤਬੰਦੀ ਦੇ ਨਾਲ, ਰਾਗ ਅਨੁਸਾਰ, ਘਰ ਅਨੁਸਾਰ, ਮਹੱਲੇ ਅਨੁਸਾਰ ਉਸ ਦੀ ਜੋ ਵਿਉਂਤਬੰਦੀ ਜਾਂ ਤਰਤੀਬ ਉਹਨਾਂ ਨੇ ਜੋ ਖਾਕਾ ਜੋ ਉਲੀਕਿਆ ਜਾਂ ਉਸ ਤਰਤੀਬ ਦੇ ਵਿੱਚ ਸਾਰੀ ਬਾਣੀ ਨੂੰ ਜੋ ਜੜਿਆ, ਇੱਕ ਲੜੀ ਦੇ ਵਿੱਚ ਪਰੋਇਆ, ਉਹ ਅਸਲ ਦੇ ਵਿੱਚ ਉਹਨਾਂ ਦੀ ਸਾਹਿਤਕ ਸੂਝ ਤੋਂ ਬਲਿਹਾਰੇ ਜਾਣ ਨੂੰ ਵਾਲੀ ਸਥਿਤੀ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਸਮੁੱਚੇ ਕਾਰਜ ਨੂੰ ਜੋ ਹੈ 1601 ਈਸਵੀ ਦੇ ਵਿੱਚ 1601 ਈਸਵੀ ਦੇ ਵਿੱਚ ਇਹਨਾਂ ਨੇ
ਜੋ ਹਰਿਮੰਦਰ ਸਾਹਿਬ ਦਾ ਜੋ ਰਾਮਸਰ ਸੀ, ਜੋ ਅੰਮ੍ਰਿਤਸਰ ਦਾ, ਉਸ ਰਮਣੀਕ ਥਾਂ ਨੂੰ, ਉਸ ਸ਼ਾਂਤ ਤੇ ਇਕਾਂਤ ਭਰੇ ਵਾਤਾਵਰਣ ਦੇ ਵਿੱਚ ਭਾਈ ਗੁਰਦਾਸ ਜੀ ਦੀ ਸਹਾਇਤਾ ਦੇ ਨਾਲ, ਕਿਉਂਕਿ ਭਾਈ ਗੁਰਦਾਸ ਜੀ ਇੱਕ ਪ੍ਰਕਾਂਡ ਪੰਡਿਤ ਸਨ ਔਰ ਬਾਣੀ ਦੇ ਲਿਖਣ ਦੇ ਸਮੇਂ ਉਹਨਾਂ ਦੀ ਜੋ ਹਸਤਲਿਖ ਸ਼ੁੱਧ ਹੋਣ ਦੇ ਨਾਲ ਨਾਲ ਉਹ ਭਾਸ਼ਾਈ ਦ੍ਰਿਸ਼ਟੀ ਤੋਂ, ਵਿਆਕਰਨਿਕ ਦ੍ਰਿਸ਼ਟੀ ਤੋਂ ਬਹੁਤ ਵੱਡੇ ਵਿਦਵਾਨ ਸਨ। ਸੋ ਇਸ ਕਰਕੇ ਭਾਈ ਗੁਰਦਾਸ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਲਿਖਾਰੀ ਜੋ ਸੀ ਉਹ ਚੁਣਿਆ ਗਿਆ ਔਰ 1601 ਤੋਂ ਲੈ ਕੇ 1604 ਈਸਵੀ ਤੱਕ ਇਸ ਸਾਹਿਤਕ ਕਾਰਜ ਦੇ ਲੇਖਨ ਨੂੰ ਜੋ ਸੀ ਉਹ ਸਿਰੇ ਚੜਾ ਲਿਆ ਗਿਆ ਔਰ 1604 ਈਸਵੀ ਦੇ ਵਿੱਚ ਹੀ ਹਰਿਮੰਦਰ ਸਾਹਿਬ ਦੇ ਵਿੱਚ ਇਸ ਗ੍ਰੰਥ ਦਾ ਪ੍ਰਕਾਸ਼ ਕੀਤਾ ਗਿਆ ਔਰ ਜਿਸ ਦੇ ਪਹਿਲੇ ਗ੍ਰੰਥੀ ਜੋ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ। ਇਸ ਤਰ੍ਹਾਂ ਜੋ ਇਹ ਮਹਾਨਤਮ ਅਧਿਆਤਮਕ ਗ੍ਰੰਥ ਹੈ, ਇੱਕ ਧਾਰਮਿਕ ਗ੍ਰੰਥ ਹੈ, ਉਸ ਦਾ ਸਾਹਿਤਕ ਦ੍ਰਿਸ਼ਟੀ ਤੋਂ ਬਹੁਤ ਹੀ ਵਡਮੁੱਲਾ ਸਥਾਨ ਹੈ ਦੁਨੀਆ ਦੇ ਸਾਹਿਤ ਦੇ ਵਿੱਚ, ਜਿਸ ਦੇ ਵਿੱਚ 6 ਗੁਰੂ ਕਵੀਆਂ ਦੀ ਬਾਣੀ ਦਰਜ ਹੈ। ਵਾਸਤਵ ਦੇ ਵਿੱਚ ਜਦੋਂ 1604 ਈਸਵੀ ਦੇ ਵਿੱਚ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਗਈ ਹੈ, ਉਸ ਵੇਲੇ ਇਸ ਦੇ ਵਿੱਚ 5 ਗੁਰੂ ਕਵੀਆਂ ਦੀ ਬਾਣੀ ਦਰਜ ਸੀ। ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਅਤੇ ਖੁਦ ਸੰਪਾਦਕ ਗੁਰੂ ਅਰਜਨ ਦੇਵ ਜੀ ਦੀ ਬਾਣੀ। ਪਰ ਜੋ 6ਵੇਂ ਗੁਰੂ ਤੇਗ ਬਹਾਦਰ ਜੀ ਸਨ, ਇਹਨਾਂ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਮਿਲ ਕਰਵਾਈ ਇਸ ਗ੍ਰੰਥ ਦੇ ਵਿੱਚ ਔਰ ਉਸ ਸਮੇਂ ਜੋ ਲਿਖਾਰੀ ਸਨ ਉਹ ਭਾਈ ਮਣੀ ਸਿੰਘ ਜੀ ਸਨ। ਇਸ ਤਰ੍ਹਾਂ 6 ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਨਾਲ 15 ਭਗਤ ਕਵੀਆਂ ਦੀ ਅਤੇ 11 ਜੋ ਭੱਟ ਸਨ, ਇਹਨਾਂ ਦੇ ਵਿੱਚ ਜਿਵੇਂ ਬਾਬਾ ਫਰੀਦ ਜੀ ਆ ਜਾਂਦੇ ਹਨ, ਜੈਦੇਵ, ਸਧਨਾ, ਨਾਮਦੇਵ, ਕਬੀਰ ਭਗਤ, ਰਾਮਾਨੰਦ, ਤਰਲੋਚਨ, ਰਵਿਦਾਸ ਭਗਤ, ਧੰਨਾ ਭਗਤ, ਭੀਖਣ, ਸੈਨ, ਪੀਪਾ ਭਗਤ, ਜਾਂ ਫਿਰ ਕੀਰਤੀ, ਜਲਪ, ਭੀਖਾ, ਨਲ, ਦਾਸ, ਜੱਲਿਆ, ਮਥਰਾ, ਹਰਬੰਸ ਤੇ ਗਜ਼ੰਦ ਆਦਿ ਹੋਰ ਵੀ ਬਹੁਤ ਸਾਰੇ ਨਾਮ ਹਨ। ਭਾਵ 15 ਭਗਤ ਤੇ 11 ਭੱਟ ਜੋ ਸਨ ਉਹਨਾਂ ਦੀ ਬਾਣੀ ਇਸ ਗ੍ਰੰਥ ਦੇ ਵਿੱਚ ਸ਼ਾਮਿਲ ਹੈ। ਤੇ ਇਸ ਦੇ ਨਾਲ 4 ਗੁਰੂ ਘਰ ਦੇ ਜੋ ਨਿਕਟਵਰਤੀ ਸਨ, 4 ਨਿਕਟਵਰਤੀਆਂ ਦੇ ਵਿੱਚ ਇੱਕ ਤਾਂ ਮਰਦਾਨਾ ਜੀ ਆ ਜਾਂਦੇ ਹਨ, ਦੂਜੇ ਸੱਤਾ ਤੇ ਬਲਵੰਡਾ ਜੋ ਗੁਰੂ ਘਰ ਦੇ ਰਾਗੀ ਸਨ, ਤੇ ਬਾਬਾ ਸੁੰਦਰ ਜੀ, ਇਹ 4 ਗੁਰੂ ਘਰ ਦੇ ਨਿਕਟਵਰਤੀ ਮਹਾਪੁਰਸ਼ ਸਨ ਜਿਨ੍ਹਾਂ ਦੀ ਬਾਣੀ ਇਸ ਗ੍ਰੰਥ ਦੇ ਵਿੱਚ ਸ਼ਾਮਿਲ ਕੀਤੀ ਗਈ। ਔਰ ਇਸ ਤਰ੍ਹਾਂ ਸਪਸ਼ਟ ਹੁੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ, ਜਿਸ ਨੂੰ ਕਿ ਗੁਰੂ ਦਾ ਦਰਜਾ ਜੋ ਹੈ ਬਾਅਦ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ, ਹਾਲਾਂਕਿ ਜੋ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਕੀਤਾ ਗਿਆ ਗ੍ਰੰਥ ਸੀ, ਇਸ ਨੂੰ ਕਰਤਾਰਪੁਰ ਵਾਲੀ ਬੀੜ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਦੋਂ ਇਸ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਾਮਿਲ ਕਰਵਾਈ, ਉਸ ਵੇਲੇ ਜੋ ਬੀੜ ਸੀ ਉਸ ਨੂੰ ਜੋ ਹੈ ਦਮਦਮਾ ਸਾਹਿਬ ਵਾਲੀ ਬੀੜ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਤੇ ਇਸ ਮਹਾਨਤਮ ਗ੍ਰੰਥ ਨੂੰ ਬਾਅਦ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਜੋ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤਾ ਗਿਆ। ਇਸ ਤਰ੍ਹਾਂ ਧਾਰਮਿਕ ਦ੍ਰਿਸ਼ਟੀ ਤੋਂ ਇਸ ਮਹਾਨ ਗ੍ਰੰਥ ਦੀ ਜੋ ਭੂਮਿਕਾ ਹੈ ਜਾਂ ਜੋ ਸਥਾਨ ਹੈ ਵਿਸ਼ਵ ਦੇ ਸਾਹਿਤ ਦੇ ਵਿੱਚ ਜਾਂ ਮਹਾਨਤਮ ਧਾਰਮਿਕ ਗ੍ਰੰਥਾਂ ਦੇ ਵਿੱਚ, ਉਹ ਆਪਣੀ ਮਿਸਾਲ ਆਪ ਹੈ। ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡ ਆਕਾਰੀ ਰਚਨਾ ਹੈ, ਆਕਾਰ ਵੀ ਬਹੁਤ ਵੱਡਾ ਹੈ, ਇਸ ਦੇ ਲੇਖਕ ਵੀ ਬਹੁਤ ਮਹਾਨ ਹਨ, ਇਸ ਦੇ ਸੰਪਾਦਕ ਵੀ ਮਹਾਨ ਹਨ, ਤੇ ਸਭ ਤੋਂ ਵੱਡੀ ਗੱਲ ਕਿ ਇਸ ਦੇ ਵਿੱਚ ਬੜੇ ਮਹਾਨ ਲੰਮੇ ਚੌੜੇ ਸਮੇਂ ਨੂੰ ਵੀ, ਭਾਵ 12ਵੀਂ ਤੋਂ 17ਵੀਂ ਸਦੀ ਤੱਕ ਦੇ ਸਮੇਂ ਨੂੰ, ਜੋ ਭਾਵ ਵਿਸ਼ਾਲ ਘੇਰੇ ਨੂੰ ਸ਼ਾਮਿਲ ਕੀਤਾ ਗਿਆ ਹੈ। ਹਰ ਪੱਖੋਂ ਗੁਰੂ ਗ੍ਰੰਥ ਸਾਹਿਬ ਜੋ ਹੈ ਉਹ ਮਹਾਨਤਮ ਦਾ ਦਰਜਾ ਗ੍ਰਹਿਣ ਕਰ ਗਿਆ। ਤੇ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਜੋ ਧਾਰਮਿਕ, ਅਧਿਆਤਮਕ ਤੇ ਦਾਰਸ਼ਨਿਕ ਪੱਖਾਂ ਤੋਂ ਜੋ ਮਹਾਨਤਾ ਹੈ, ਉਸ ਦੇ ਬਾਰੇ ਜੋ ਹੈ ਚਰਚਾ ਕਰਨਾ ਸਾਡਾ ਅੱਜ ਦਾ ਵਿਸ਼ਾ ਨਹੀਂ ਹੈ, ਕਿਉਂਕਿ ਅੱਜ ਦਾ ਵਿਸ਼ਾ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਸਾਹਿਤਕ ਮਹੱਤਵ 'ਤੇ ਪ੍ਰਕਾਸ਼ ਪਾਉਣਾ ਹੈ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਜੋ ਹੈ ਧਾਰਮਿਕ ਦ੍ਰਿਸ਼ਟੀ ਤੋਂ ਬੜਾ ਮਹਾਨਤਮ ਦਰਜਾ ਅਖਤਿਆਰ ਕਰ ਚੁੱਕਾ ਹੈ। ਸਾਹਿਤਕ ਮਹੱਤਵ ਅਤੇ ਨਾਲ ਦੇ ਨਾਲ ਇਸ ਦੇ ਸਮਾਜਿਕ ਅਤੇ ਇਤਿਹਾਸਕ ਮਹੱਤਵ, ਕਿਉਂਕਿ ਜਦੋਂ ਅਸੀਂ ਸਾਹਿਤਕ ਵਿਸ਼ੇਸ਼ਤਾਵਾਂ ਦੀ ਗੱਲ ਕਰਾਂਗੇ ਤਾਂ ਇਸ ਦਾ ਸਮਾਜਿਕ ਪੱਖ ਅਤੇ ਇਤਿਹਾਸਕ ਪੱਖ ਜੋ ਹੈ ਨਾਲ ਨਾਲ ਚੱਲੇਗਾ। ਸੋ ਸਾਹਿਤਕ ਵਿਸ਼ੇਸ਼ਤਾਵਾਂ ਜੋ ਹਨ ਗੁਰੂ ਗ੍ਰੰਥ ਸਾਹਿਬ ਦੀਆਂ, ਉਹਨਾਂ ਦਾ ਜ਼ਿਕਰ ਕਰਨ ਦੇ ਲਈ ਸਾਨੂੰ ਇਸ ਦੇ ਵਿੱਚ ਜੋ ਸ਼ਾਮਿਲ ਕਾਵ ਰੂਪ ਹਨ, ਕਾਵ ਛੰਦ ਹਨ, ਭਾਸ਼ਾਈ ਵੰਨ ਸੁਵੰਨਤਾ ਹੈ, ਇਸ ਦੇ ਵਿੱਚ ਕਿਸ ਤਰ੍ਹਾਂ ਦੇ ਜੋ ਭਾਸ਼ਾ ਵਰਤੀ ਗਈ, ਕਿਸ ਤਰ੍ਹਾਂ ਦੇ ਰਾਗ, ਰਸ, ਸੰਗੀਤ ਜਾਂ ਅਖਾਣ, ਮੁਹਾਵਰੇ, ਭਾਵ
ਗੁਰੂ ਗ੍ਰੰਥ ਸਾਹਿਬ ਦੇ ਵਿਸ਼ੇ ਪੱਖ ਦੀ ਬਜਾਏ ਅਸੀਂ ਇਸ ਦੇ ਵਿੱਚ ਸਾਹਿਤਕ ਵਿਸ਼ੇਸ਼ਤਾਵਾਂ ਦੇ ਵਿੱਚ ਸਿਰਫ ਇਸ ਦੇ ਰੂਪਕ ਪੱਖ ਬਾਰੇ ਹੀ ਚਰਚਾ ਕਰਦਿਆਂ ਹੋਇਆਂ ਆਪਣੇ ਇਸ ਲੈਕਚਰ ਨੂੰ ਸੀਮਿਤ ਕਰਾਂਗੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਕਾਵਿ ਰੂਪ ਵਰਤੇ ਗਏ ਹਨ ਉਹਨਾਂ ਦੀ ਗਿਣਤੀ ਲਗਭਗ 55 ਦੇ ਕਰੀਬ ਹੈ। ਇਹਨਾਂ 55 ਕਾਵਿ ਰੂਪਾਂ ਦੇ ਵਿੱਚ ਘੋੜੀਆਂ ਜੋ ਕਿ ਲੋਕ ਕਾਵਿ ਰੂਪ ਹੈ, ਅਲਾਉਣੀਆਂ ਵੀ ਲੋਕ ਕਾਵਿ ਰੂਪ ਹੈ, 12ਵਾਂ ਜੋ ਕਿ 12 ਮਹੀਨਿਆਂ ਦੇ ਨਾਲ ਸੰਬੰਧਿਤ ਕਾਵਿ ਰੂਪ ਹੈ, ਰੁੱਤਾਂ ਦੇ ਨਾਲ ਸੰਬੰਧਿਤ ਜਿਵੇਂ ਰੁੱਤੀ ਥਿੱਤੀ, ਤੇ ਦਿਨਾਂ ਦੇ ਨਾਲ ਸੰਬੰਧਿਤ ਜਿਵੇਂ ਸਤਵਾਰਾ ਅਠਵਾਰਾ, ਤੇ ਛੰਦ ਸ਼ਲੋਕ ਕਾਫੀ ਜੋ ਦੁਪਦੇ ਤਿਪਦੇ ਚੌਪਦੇ ਜਾਂ ਅਸ਼ਟਪਦੀਆਂ ਜੋ ਹਨ ਇਹ ਵੀ ਇੱਕ ਵੱਖਰੀ ਕਿਸਮ ਦੇ ਕਾਵਿ ਰੂਪ ਹਨ ਇਸ ਦੇ ਵਿੱਚ। ਤੇ ਇਸ ਦੇ ਨਾਲ ਨਾਲ ਪੱਟੀ ਸੱਦ ਫੁਨਹੇ ਅੰਜਲੀ ਵਾਤ ਦਿਨ ਰੈਣੀ ਪਹਿਰੇ ਸੋਹਿਲਾ ਆਦਿ ਇਸ ਤਰ੍ਹਾਂ ਕੁੱਲ ਮਿਲਾ ਕੇ ਜੋ 55 ਕਾਵਿ ਰੂਪ ਹਨ ਇਸ ਦੇ ਵਿੱਚ ਵਰਤੇ ਗਏ। ਇਹਨਾਂ ਦਾ ਘੇਰਾ ਜੋ ਹੈ ਇਹ ਵੀ ਇਸ ਸਮੁੱਚੀ ਗੁਰਬਾਣੀ ਨੂੰ ਆਪਣੇ ਕਲੇਵਰ ਦੇ ਵਿੱਚ ਲੈਣ ਵਾਲਾ ਹੈ। ਭਾਵ ਸਮੁੱਚੀ ਗੁਰਬਾਣੀ ਜੋ ਹੈ ਗੁਰੂ ਸਾਹਿਬਾਨ ਦੁਆਰਾ ਜਾਂ ਜੋ ਸੰਤ ਜਾਂ ਭਗਤ ਕਵੀਆਂ ਦੁਆਰਾ ਇਹਨਾਂ ਵੱਖ-ਵੱਖ ਕਾਵਿ ਰੂਪਾਂ ਨੂੰ ਆਧਾਰ ਬਣਾ ਕੇ ਸਿਰਜੀ ਗਈ। ਔਰ ਇਹਨਾਂ ਦੇ ਵਿੱਚ ਲੋਕ ਕਾਵਿ ਰੂਪਾਂ ਦੀ ਵਰਤੋਂ ਕਰਨ ਦਾ ਸਭ ਤੋਂ ਵੱਡਾ ਕਾਰਨ ਸੀ ਕਿਉਂਕਿ ਗੁਰੂ ਸਾਹਿਬਾਨ ਜੋ ਸਨ ਉਹ ਆਪਣੀ ਗੱਲ ਆਮ ਜਨ ਤੱਕ, ਆਮ ਲੋਕਾਂ ਦੀ ਭਾਸ਼ਾ ਦੇ ਵਿੱਚ ਸਧਾਰਨ ਢੰਗ ਦੇ ਨਾਲ ਉਹਨਾਂ ਦੇ ਲੈਵਲ 'ਤੇ ਜਾ ਕੇ ਉਸ ਢੰਗ ਦੇ ਨਾਲ ਉਹਨਾਂ ਤੱਕ ਪਹੁੰਚਾਉਣਾ ਚਾਹੁੰਦੇ ਸਨ। ਸੋ ਉਹਨਾਂ ਨੇ ਜੋ ਉਸ ਸਮੇਂ ਦੀਆਂ ਜੋ ਸੰਸਕ੍ਰਿਤ ਜਾਂ ਉਰਦੂ ਫਾਰਸੀ ਆਦਿ ਜਿਹੜੀਆਂ ਬਹੁਤ ਜੋ ਔਖੀਆਂ ਭਾਸ਼ਾਵਾਂ ਸਨ ਉਹਨਾਂ ਦੀ ਵਰਤੋਂ ਕਰਨ ਦੀ ਥਾਵੇਂ ਜੋ ਲੋਕ ਮੁਹਾਵਰੇ ਵਾਲੀ ਭਾਸ਼ਾ ਸੀ ਉਸ ਦੇ ਵਿੱਚ ਇਹਨਾਂ ਕਾਵਿ ਰੂਪਾਂ ਦੀ ਸਿਰਜਣਾ ਕੀਤੀ। ਇਸੇ ਸਦਕਾ ਇਹ ਕਾਵਿ ਰੂਪ ਜਾਂ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਜੋ ਹੈ ਲੋਕ ਮਨਾਂ ਦੇ ਉੱਤੇ ਬਹੁਤ ਗਹਿਰਾ ਪ੍ਰਭਾਵ ਪਾਉਣ ਦੇ ਵਿੱਚ ਸਫਲ ਰਹੀ। ਤੇ ਇਸ ਦੇ ਵਿੱਚ ਵੱਖ-ਵੱਖ ਛੰਦਾਂ ਦੀ ਵਰਤੋਂ ਕੀਤੀ ਗਈ, ਭਾਵੇਂ ਉਹ ਦੋਹਰਾ ਛੰਦ ਹੈ, ਸੋਰਠਾ ਹੈ, ਚੌਪਈ, ਸਵਈਏ, ਸਿਰਖੰਡੀ। ਭਾਵ ਗੁਰੂ ਸਾਹਿਬਾਨ ਨੇ ਸਾਹਿਤਕ ਦ੍ਰਿਸ਼ਟੀ ਦੇ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੀਆਂ ਵੀ ਬਾਣੀਆਂ ਦੀ ਰਚਨਾ ਕੀਤੀ ਜਾਂ ਸਿਰਜਣਾ ਕੀਤੀ ਉਹਨਾਂ ਦੇ ਵਿੱਚ ਵੱਖ-ਵੱਖ ਛੰਦਾਂ ਨੂੰ ਵਿਆਕਰਨਕ ਦ੍ਰਿਸ਼ਟੀ ਤੋਂ ਬੜੀ ਹੀ ਸ਼ਿੱਦਤ ਦੇ ਨਾਲ ਬਾਖੂਬੀ ਢੰਗ ਦੇ ਨਾਲ ਨਿਭਾਇਆ। ਭਾਸ਼ਾਈ ਵੰਨ ਸੁਵੰਨਤਾ ਦੇ ਵੀ ਇਸ ਦੇ ਵਿੱਚ ਦੀਦਾਰ ਹੁੰਦੇ ਹਨ ਕਿਉਂਕਿ ਗੁਰੂ ਸਾਹਿਬਾਨ ਜੋ ਸਨ ਉਸ ਸਮੇਂ ਦੇ ਜਿਵੇਂ ਗੁਰੂ ਨਾਨਕ ਦੇਵ ਜੀ ਸਨ ਉਹਨਾਂ ਨੇ 4 ਉਦਾਸੀਆਂ ਕੀਤੀਆਂ। ਉਦਾਸੀਆਂ ਦਾ ਮਤਲਬ ਹੈ ਕਿ ਉਹ ਬਹੁਤ ਲੰਮੇ ਚੌੜੇ ਖਿੱਤੇ ਦੇ ਵਿੱਚ ਉਹਨਾਂ ਨੇ ਜਾ ਕੇ ਲੋਕਾਂ ਦੇ ਨਾਲ ਰਾਬਤਾ ਕਾਇਮ ਕੀਤਾ। ਜੋ ਉਸ ਵੇਲੇ ਦੇ ਸੰਤ ਮਹਾਂਪੁਰਸ਼ ਸਨ ਉਹਨਾਂ ਦੇ ਨਾਲ ਵੀ ਸੰਵਾਦ ਰਚਾਇਆ ਔਰ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਦੇ ਲਈ ਲੋਕਾਂ ਦੀ ਭਾਸ਼ਾ ਦੇ ਵਿੱਚ, ਲੋਕਾਂ ਦੀ ਬੋਲੀ ਦੇ ਵਿੱਚ ਇੱਕ ਆਮ ਮੁਹਾਵਰੇ ਵਾਲੀ ਜੋ ਸਾਧ ਭਾਸ਼ਾ ਸੀ ਉਸ ਦੀ ਵਰਤੋਂ ਕੀਤੀ। ਔਰ ਉਸ ਬੋਲੀ ਦੇ ਵਿੱਚ ਉਹਨਾਂ ਨੇ ਵੱਖ-ਵੱਖ ਜੋ ਭਾਸ਼ਾਵਾਂ ਦੇ ਸ਼ਬਦ ਜਿਹੜੇ ਹਨ ਉਹਨਾਂ ਦਾ ਮਿਲਗੋਬਾ ਕੁਦਰਤੀ ਗੱਲ ਹੈ ਹੋਏਗਾ, ਜਿਵੇਂ ਪੰਜਾਬੀ, ਹਿੰਦੀ, ਉਰਦੂ, ਫਾਰਸੀ, ਅਰਬੀ, ਇੱਥੋਂ ਤੱਕ ਕਿ ਪ੍ਰਾਕਿਰਤ ਅਤੇ ਅਪਭ੍ਰੰਸ਼ ਭਾਸ਼ਾਵਾਂ ਜਿਹੜੀਆਂ ਸਨ ਇਹ ਪ੍ਰਾਚੀਨ ਭਾਸ਼ਾਵਾਂ ਸਨ। ਇਹਨਾਂ ਪ੍ਰਾਚੀਨ ਭਾਸ਼ਾਵਾਂ ਨੂੰ ਸੰਭਾਲਣ ਦੇ ਲਈ ਵੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਰਚਨਾ ਸਹਿਸਕ੍ਰਿਤੀ ਦੇ ਵਿੱਚ ਇੱਕ ਭਾਸ਼ਾਈ ਪ੍ਰਯੋਗ ਕਰਦਿਆਂ ਹੋਇਆਂ ਅਸਲ ਦੇ ਵਿੱਚ ਉਹਨਾਂ ਦਾ ਮੁੱਖ ਮਕਸਦ ਜੋ ਪ੍ਰਾਚੀਨਤਮ ਭਾਸ਼ਾਵਾਂ ਸਨ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਸੰਭਾਲਣ ਦਾ ਹੀ ਇੱਕ ਬਹੁਤ ਵੱਡਾ ਉਪਰਾਲਾ ਸੀ। ਔਰ ਵੱਖ-ਵੱਖ ਖਿੱਤਿਆਂ ਦੇ ਵਿੱਚ ਵਿਚਰਦਿਆਂ ਹੋਇਆਂ ਵੱਖ-ਵੱਖ ਕਿਉਂਕਿ ਪ੍ਰਾਂਤਾਂ ਦੇ ਇਸ ਦੇ ਵਿੱਚ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ। ਸੋ ਸੰਸਕ੍ਰਿਤ ਜਾਂ ਹਿੰਦੀ ਤੋਂ ਇਲਾਵਾ ਹਿੰਦੁਸਤਾਨ ਦੀਆਂ ਜਿਹੜੀਆਂ ਉਸ ਸਮੇਂ ਵਰਤੀਆਂ ਜਾਂਦੀਆਂ ਭਾਸ਼ਾਵਾਂ ਜਾਂ ਅੱਜ ਵੀ ਰਾਜਸਥਾਨੀ, ਗੁਜਰਾਤੀ, ਬੰਗਾਲੀ, ਬ੍ਰਿਜੀ, ਮਰਾਠੀ, ਅਵਧੀ, ਸਿੰਧੀ ਆਦਿਕ ਭਾਸ਼ਾਵਾਂ ਜਿਹੜੀਆਂ ਸਨ ਜੋ ਪ੍ਰਾਂਤਿਕ ਸਨ ਤੇ ਅਪਭ੍ਰੰਸ਼ ਬੋਲੀਆਂ ਦੇ ਜਿਹੜੇ ਪ੍ਰਚਲਿਤ ਸ਼ਬਦ ਜਿਹੜੇ ਸਨ ਉਹਨਾਂ ਦੀ ਵੀ ਬੜੀ ਸੁਚੱਜੇ ਢੰਗ ਦੇ ਨਾਲ ਇਸ ਗ੍ਰੰਥ ਦੇ ਵਿੱਚ ਵਰਤੋਂ ਮਿਲਦੀ ਹੈ। ਔਰ ਅਰਬੀ ਤੇ ਫਾਰਸੀ ਦੇ ਸ਼ਬਦ ਜਿਹੜੇ ਹਨ ਇਹ ਵੀ ਕਾਫੀ ਮਾਤਰਾ ਦੇ ਵਿੱਚ ਮਿਲਦੇ ਹਨ। ਸਭ ਤੋਂ ਵੱਡੀ ਗੱਲ ਜੇਕਰ ਕਹੀਏ ਕਿ ਗੁਰੂ ਗ੍ਰੰਥ ਸਾਹਿਬ ਦਾ ਜੋ ਹੈ ਭਾਰਤੀ ਬੋਲੀਆਂ ਦੇ ਵਿਕਾਸ ਦੇ ਵਿੱਚ ਵੀ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੂੰ ਸਾਂਭਣ ਦੇ ਵਿੱਚ, ਉਹਨਾਂ ਨੂੰ ਸਾਹਿਤਕ ਦ੍ਰਿਸ਼ਟੀ ਤੋਂ ਜੋ ਹੈ ਇੱਕ ਉਹਨਾਂ ਦੇ ਮਤਲਬ ਭਾਸ਼ਾਵਾਂ ਦੇ ਵੱਖ-ਵੱਖ ਸ਼ਬਦ ਭੰਡਾਰ ਨੂੰ ਸੰਭਾਲਣ ਦਾ ਵੀ ਇੱਕ ਬਹੁਤ ਵੱਡਾ ਉਪਰਾਲਾ ਹੈ। ਜਿੱਥੋਂ ਤੱਕ ਅਲੰਕਾਰ ਅਤੇ ਰਸ ਦਾ ਸੰਬੰਧ ਹੈ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਲੰਕਾਰ ਜੋ ਹਨ ਉਹ ਆਪਣੇ ਤਿੰਨੋਂ ਰੂਪਾਂ ਦੇ ਵਿੱਚ, ਭਾਵੇਂ ਉਹ ਸ਼ਬਦ ਅਲੰਕਾਰ ਹੈ, ਅਰਥ ਅਲੰਕਾਰ ਅਤੇ ਸ਼ਬਦਾਰਥ ਅਲੰਕਾਰ, ਤਿੰਨੋਂ ਰੂਪਾਂ ਦੇ ਵਿੱਚ ਹੀ ਭਰਪੂਰ ਮਾਤਰਾ ਦੇ ਵਿੱਚ
ਇਹਨਾਂ ਦੀ ਵਰਤੋਂ ਕੀਤੀ ਗਈ ਹੈ ਔਰ ਬੜੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਇਸ ਦੀ ਵਰਤੋਂ ਕੀਤੀ ਗਈ ਹੈ। ਔਰ ਕਾਵਿ ਰੂਪਾਂ ਦੇ ਵਜਨ ਤੇ ਤੋਲ ਦਾ ਵੀ ਜੋ ਹੈ ਬਹੁਤ ਧਿਆਨ ਰੱਖਿਆ ਗਿਆ ਹੈ। ਵਿਸ਼ੇ ਨੂੰ ਨਿਭਾਉਣ ਦੇ ਵਿੱਚ ਜੇ ਉਹਨਾਂ ਨੂੰ ਕੁਝ ਲੋੜ ਪਈ ਹੈ ਥੋੜ੍ਹਾ ਬਹੁਤ ਉਸ ਤੋਂ ਵਿੱਚ ਖੁੱਲ੍ਹ ਲੈਣ ਦੀ, ਤਾਂ ਉਸ ਖੁੱਲ੍ਹ ਲੈਣ ਤੋਂ ਵੀ ਸੰਕੋਚ ਨਹੀਂ ਕੀਤਾ। ਔਰ ਸਭ ਤੋਂ ਵੱਡੀ ਗੱਲ ਹੈ ਜੋ ਗੁਰੂ ਸਾਹਿਬਾਨ ਦੁਆਰਾ ਰਚੀ ਗਈ ਬਾਣੀ ਹੈ, ਉਹਨਾਂ ਦੀ ਸੋਚ ਉਡਾਰੀ ਜਿਹੜੀ ਹੈ ਉਹ ਬੜੀ ਕਮਾਲ ਦੀ ਹੈ। ਇਸ ਦੇ ਵਿੱਚ ਸ਼ਬਦ ਚਿੱਤਰ, ਨਾਦ ਚਿੱਤਰ, ਦ੍ਰਿਸ਼ ਚਿੱਤਰ ਆਪਣੀ ਭਰਪੂਰ ਮਾਤਰਾ ਦੇ ਵਿੱਚ ਪੇਸ਼ ਹੋਏ ਹਨ। ਔਰ ਰਸ ਜਿਹੜੇ ਹਨ ਇਹ ਸਾਰੇ ਦੇ ਸਾਰੇ ਰਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਹਨ, ਪਰ ਪ੍ਰਧਾਨਤਾ ਜਿਹੜੀ ਹੈ ਉਹ ਸ਼ਾਂਤ ਰਸ ਦੀ ਹੈ। ਸ਼ਾਂਤ ਰਸ ਜੋ ਹੈ ਇਹ ਮਨੁੱਖੀ ਮਨ ਦੇ ਉੱਤੇ ਸ਼ਾਂਤੀ ਦਾ ਪ੍ਰਭਾਵ ਪਾਉਣ ਦੇ ਲਈ ਬੇਹੱਦ ਪ੍ਰਭਾਵਸ਼ਾਲੀ ਰੂਪ ਦੇ ਵਿੱਚ ਔਰ ਪ੍ਰਕਿਰਤੀ ਚਿੱਤਰਨ ਜੋ ਹੈ ਉਹ ਆਪਣੇ ਭਰਪੂਰਤਾ ਦੇ ਵਿੱਚ ਹੋਇਆ ਹੈ ਇਸ ਬਾਣੀ ਦੇ ਵਿੱਚ। ਅਤੇ ਇਸ ਦੇ ਨਾਲ ਹੀ ਬਾਕੀ ਰਸਾਂ ਦੇ ਨਾਲ ਨਾਲ ਜੋ ਹੈ ਗੁਰੂ ਸਾਹਿਬਾਨ ਨੇ ਜੋ ਰਾਗਾਂ ਦੀ ਵਰਤੋਂ ਕੀਤੀ ਹੈ, 31 ਰਾਗ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਾਮਿਲ ਹਨ ਜਾਂ ਵਰਤੇ ਗਏ ਹਨ। ਔਰ ਸਾਰੀ ਦੀ ਸਾਰੀ ਬਾਣੀ ਜਿਹੜੀ ਹੈ ਉਹ ਸੰਗੀਤਕ ਹੈ, ਭਾਵ ਉਸ ਨੂੰ ਵਿਸ਼ੇਸ਼ ਰਾਗ ਅਤੇ ਵਿਸ਼ੇਸ਼ ਸਮੇਂ ਦੇ ਅਨੁਸਾਰ ਵਿਸ਼ੇਸ਼ ਬੰਦਿਸ਼ਾਂ ਦੇ ਵਿੱਚ ਗਾਉਣ ਦੀ ਜਿਹੜੀ ਇੱਕ ਉਪਦੇਸ਼ ਹੈ ਜਾਂ ਗਾਉਣ ਦਾ ਇੱਕ ਜੋ ਨਿਯਮ ਮਿਥਿਆ ਗਿਆ ਹੈ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਗੁਰੂ ਗ੍ਰੰਥ ਸਾਹਿਬ ਦੀ। ਅਤੇ ਇਸ ਦੇ ਨਾਲ ਹੀ ਜੋ ਰਾਗ ਹਨ ਉਹਨਾਂ ਦੇ ਵਿੱਚ ਕੁਝ ਰਾਗ ਅਜਿਹੇ ਹਨ ਜੋ ਅੱਤ ਦੀ ਖੁਸ਼ੀ ਦੇ ਰਾਗ ਹਨ ਜਾਂ ਅੱਤ ਦੀ ਗਮੀ ਦੇ ਰਾਗ ਹਨ, ਜਿਨ੍ਹਾਂ ਦੇ ਵਿੱਚ ਹਿੰਡੋਲ ਰਾਗ ਅਤੇ ਦੀਪਕ ਰਾਗ ਆ ਜਾਂਦਾ ਹੈ। ਅਜਿਹੇ ਅੱਤ ਦੀ ਗਮੀ ਜਾਂ ਅੱਤ ਦੀ ਖੁਸ਼ੀ ਨੂੰ ਪ੍ਰਗਟਾਉਣ ਵਾਲੇ ਦੋਵੇਂ ਰਾਗ ਜਿਹੜੇ ਆ ਇਹਨਾਂ ਦੀ ਵਰਤੋਂ ਕਰਨ ਦੇ ਵਿੱਚ ਬਾਣੀਕਾਰਾਂ ਨੇ ਗੁਰੇਜ਼ ਕੀਤਾ ਹੈ। ਔਰ ਅਖਾਣ ਅਤੇ ਮੁਹਾਵਰੇ ਜਿਹੜੇ ਹਨ ਇਹ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੜੀ ਭਰਪੂਰਤਾ ਦੇ ਨਾਲ ਮਿਲਦੇ ਹਨ, ਕਿਉਂਕਿ ਲੋਕ ਮੂੰਹਾਂ 'ਤੇ ਚੜ੍ਹ ਜਾਣ ਦੀ ਸਮਰੱਥਾ ਇਸ ਬਾਣੀ ਦੇ ਵਿੱਚ ਮੌਜੂਦ ਹੈ। ਕਿਉਂ ਹੈ? ਕਿਉਂਕਿ ਬਾਣੀ ਜਿਹੜੀ ਹੈ ਆਪਣੇ ਸਰਲ ਰੂਪ ਦੇ ਵਿੱਚ ਪ੍ਰਗਟ ਹੋਈ ਹੈ ਔਰ ਇਸ ਦੀ ਸਰਲਤਾ ਸਦਕਾ ਹੀ ਲੋਕ ਮੂੰਹਾਂ ਦੇ ਉੱਤੇ ਇਹ ਚੜ੍ਹ ਗਈ। ਔਰ ਲੋਕ ਮੂੰਹਾਂ 'ਤੇ ਚੜ੍ਹੇ ਰਹਿਣ ਦਾ ਕਾਰਨ ਜੋ ਹੈ ਜਾਂ ਚੜ੍ਹ ਜਾਣ ਦਾ ਕਾਰਨ ਜਿਹੜੀ ਹੈ ਗੁਰਬਾਣੀ ਦੀਆਂ ਜਿਹੜੀਆਂ ਤੁਕਾਂ ਹਨ ਉਹਨਾਂ ਦੇ ਵਿੱਚ ਅਖਾਨਾਂ ਜਾਂ ਮੁਹਾਵਰਿਆਂ ਜਿਹੀ ਸਰਲਤਾ ਹੈ, ਜਿਵੇਂ ਮਨ ਜੀਤੇ ਜਗ ਜੀਤ, ਜਾਂ ਫਿਰ ਕਹਿ ਸਕਦੇ ਹਾਂ ਕਿ ਪੜ੍ਹਿਆ ਮੂਰਖ ਆਖੀਏ ਜਿਸ ਲੱਭ ਲੋਭ ਅਹੰਕਾਰ, ਔਰ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਅਤੇ ਭੁੱਖੇ ਮੁੱਲਾਂ ਘਰੇ ਮਸੀਤ। ਇਸ ਤਰ੍ਹਾਂ ਦੇ ਜੋ ਕਾਵ ਉਕਤੀਆਂ ਹਨ ਇਹ ਲੋਕ ਮੂੰਹਾਂ 'ਤੇ ਅੱਜ ਵੀ ਜੋ ਹੈ ਚੜ੍ਹੀਆਂ ਹੋਈਆਂ ਹਨ। ਇਸ ਤਰ੍ਹਾਂ ਗੁਰਬਾਣੀ ਦੇ ਵਿੱਚ ਅਖਾਣ ਜਾਂ ਮੁਹਾਵਰੇ ਬਣ ਜਾਣ ਦੀ ਜੋ ਸਮਰੱਥਾ ਹੈ ਇਹ ਇਸ ਦੇ ਨਾਲ ਲਬਰੇਜ਼ ਹੈ। ਔਰ ਇਸ ਦੇ ਨਾਲ ਹੀ ਇਤਿਹਾਸਕ ਅਤੇ ਮਿਥਿਹਾਸਕ ਹਵਾਲੇ ਜਿਹੜੇ ਹਨ ਉਹ ਵੀ ਗੁਰਬਾਣੀ ਦੇ ਵਿੱਚ ਬਹੁਤ ਹੀ ਭਰਪੂਰ ਮਾਤਰਾ ਦੇ ਵਿੱਚ ਮਿਲਦੇ ਹਨ, ਕਿਉਂਕਿ ਦਾਰਸ਼ਨਿਕ ਦ੍ਰਿਸ਼ਟੀ ਤੋਂ ਅਤੇ ਭਾਸ਼ਾ ਵਿਗਿਆਨਕ ਦ੍ਰਿਸ਼ਟੀ ਤੋਂ ਗੁਰਬਾਣੀ ਜਿਹੜੀ ਹੈ ਉਹ ਬਹੁਤ ਮਹੱਤਤਾ ਰੱਖਦੀ ਹੈ। ਅਤੇ ਇਸ ਬਾਣੀ ਦੇ ਵਿੱਚ ਉਸ ਸਮੇਂ ਦੇ ਭਾਵ ਜੋ 500 ਸਾਲਾਂ ਦਾ ਸਾਹਿਤ ਇਸ ਗ੍ਰੰਥ ਦੇ ਵਿੱਚ ਸਮੋਇਆ ਹੋਇਆ ਹੈ, ਉਸ ਸਮੇਂ ਦੇ ਹੀ ਨਹੀਂ ਸਗੋਂ ਉਸ ਤੋਂ ਪਹਿਲਾਂ ਦੇ ਜੋ ਦਾਰਸ਼ਨਿਕ ਹੋਏ ਹਨ ਜਾਂ ਸਿਧਾਂਤ ਸਨ ਜਾਂ ਵੇਦ ਸਨ ਜਾਂ ਸਮ੍ਰਿਤੀਆਂ ਸਨ ਜਾਂ ਪੁਰਾਣ ਸਨ, ਜਾਂ ਫਿਰ ਵੱਖ-ਵੱਖ ਧਰਮ ਜੋ ਹੋਏ ਸਨ ਜਿਵੇਂ ਬੋਧੀ ਧਰਮ ਜੋ ਹੈ ਜਾਂ ਸਿੱਧਾਨਾਥਾਂ ਯੋਗੀਆਂ ਦਾ ਜਾਂ ਸ਼ੈਵ ਮਤੀਆਂ ਜਾਂ ਵੈਸ਼ਨੋਵਤੀਆਂ ਮਤੀਆਂ ਦਾ ਜੋ ਦਰਸ਼ਨ ਸੀ ਜਾਂ ਫਿਲੋਸਫੀ ਸੀ, ਉਸ ਦਾ ਜ਼ਿਕਰ ਵੀ ਹਵਾਲੇ ਵਜੋਂ ਥਾਂ ਪੁਰ ਥਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੌਜੂਦ ਹੈ, ਜਿਸ ਸਦਕਾ ਇਹ ਗ੍ਰੰਥ ਜੋ ਹੈ ਇੱਕ ਇਤਿਹਾਸਕ ਦ੍ਰਿਸ਼ਟੀ ਤੋਂ ਅਤੇ ਮਿਥਿਹਾਸਕ ਦ੍ਰਿਸ਼ਟੀ ਤੋਂ ਵੀ ਆਪਣਾ ਵੱਖਰਾ ਰੁਤਬਾ ਜੋ ਹੈ ਉਹ ਵਿਸ਼ਵ ਦੇ ਸਾਹਿਤ ਦੇ ਵਿੱਚ ਰੱਖਦਾ ਹੈ। ਅਤੇ ਨਾਲ ਹੀ ਮਿਥਿਹਾਸਕ ਪਾਤਰ ਅਤੇ ਇਤਿਹਾਸਕ ਪਾਤਰ ਜੋ ਹੈ ਉਹ ਵੀ ਇਸ ਬਾਣੀ ਦੇ ਵਿੱਚ ਸ਼ਾਮਿਲ ਹੋ ਕੇ ਸਰਬਕਾਲਤਾ ਵਾਲੀ ਸਥਿਤੀ ਦੇ ਵਿੱਚ ਆ ਗਏ ਹਨ। ਅਤੇ ਇੱਕ ਹੋਰ ਜਿਹੜੀ ਸਭ ਤੋਂ ਵੱਡੀ ਚਰਚਾ ਹੈ ਕਿ ਜਿੰਨੇ ਰਾਗ ਗੁਰਬਾਣੀ ਦੇ ਵਿੱਚ ਵਰਤੇ ਗਏ ਹਨ ਇਹਨਾਂ ਦੇ ਵਿੱਚ ਰਾਗਾਂ ਦਾ ਜੋ ਵੱਖ-ਵੱਖ ਘਰ ਹੈ ਉਸ ਦੇ ਅਨੁਸਾਰ, ਘਰ ਤੋਂ ਭਾਵ ਹੈ ਘਰ ਜੋ ਹੈ ਰਾਗ ਦੀ ਤਾਣ ਦਾ ਲਖਾਇਕ ਹੈ, ਭਾਵ ਉਹ ਰਾਗ ਜਿਹੜਾ ਹੈ ਕਿਸ ਘਰ ਦੇ ਨਾਲ ਕਿਸ ਘਰਾਣੇ ਦੇ ਨਾਲ, ਰਾਗਾਂ ਦੇ ਵੀ ਵੱਖੋ ਵੱਖ ਘਰਾਣੇ ਹੁੰਦੇ ਹਨ, ਉਹਨਾਂ ਘਰਾਣਿਆਂ ਦੇ ਨਾਲ ਸੰਬੰਧਿਤ ਰਾਗਾਂ ਦਾ ਜੋ ਵੀ ਹੈ ਉਹਨਾਂ ਘਰਾਣਿਆਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਰਾਗਾਂ ਦੇ ਨਾਲ ਸੰਬੰਧਿਤ। ਔਰ ਮਹੱਲਾ ਸ਼ਬਦ ਦੀ ਵਰਤੋਂ ਗੁਰਬਾਣੀ ਦੇ ਵਿੱਚ ਆਮ ਮਿਲਦੀ ਹੈ ਔਰ ਇਹ ਮਹੱਲਾ ਸ਼ਬਦ ਦੀ ਵਰਤੋਂ
ਕਰਨ ਦਾ ਕਾਰਨ ਸਭ ਤੋਂ ਵੱਡਾ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਸੇ ਵੀ ਗੁਰੂ ਕਵੀ ਦਾ, ਕਿਸੇ ਵੀ ਭਗਤ ਦਾ ਨਾਮ ਜੋ ਹੈ ਉਹ ਸ਼ਾਮਿਲ ਨਹੀਂ ਹੈ। ਖਾਸ ਕਰਕੇ ਗੁਰੂ ਕਵੀਆਂ ਦਾ, ਸੌਰੀ, ਗੁਰੂ ਕਵੀਆਂ ਦਾ ਨਾਮ ਉਸ ਦੇ ਵਿੱਚ ਸ਼ਾਮਿਲ ਨਹੀਂ ਹੈ। ਉਹਨਾਂ ਦੇ ਨਾਮ ਦੀ ਥਾਵੇਂ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ, ਮਹੱਲਾ ਚੌਥਾ, ਮਹੱਲਾ ਪੰਜਵਾਂ ਤੇ ਮਹੱਲਾ ਨਾਵਾਂ ਸ਼ਬਦ ਜਿਹੜੇ ਹਨ ਉਹ ਵਰਤੇ ਗਏ ਹਨ। ਮਹੱਲਾ ਪਹਿਲਾ ਤੋਂ ਭਾਵ ਹੈ ਗੁਰੂ ਨਾਨਕ ਦੇਵ ਜੀ ਦੀ ਬਾਣੀ, ਮਹੱਲਾ ਦੂਜਾ ਤੋਂ ਭਾਵ ਹੈ ਗੁਰੂ ਅੰਗਦ ਦੇਵ ਜੀ ਦੀ ਬਾਣੀ, ਮਹੱਲਾ ਤੀਜਾ ਤੋਂ ਭਾਵ ਹੈ ਗੁਰੂ ਅਮਰਦਾਸ ਜੀ ਦੀ ਬਾਣੀ, ਮਹੱਲਾ ਚੌਥਾ ਤੋਂ ਭਾਵ ਹੈ ਗੁਰੂ ਰਾਮਦਾਸ ਜੀ ਦੀ ਬਾਣੀ, ਮਹੱਲਾ ਪੰਜਵਾਂ ਗੁਰੂ ਅਰਜਨ ਦੇਵ ਜੀ ਅਤੇ ਮਹੱਲਾ ਨਾਵਾਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਾ ਇੱਕ ਤਰ੍ਹਾਂ ਦੇ ਨਾਲ ਪ੍ਰਤੀਕ ਰੂਪ ਦੇ ਵਿੱਚ ਪਤਾ ਚੱਲ ਜਾਂਦਾ ਹੈ ਕਿ ਕਿਸ ਗੁਰੂ ਸਾਹਿਬਾਨ ਦੀ ਬਾਣੀ ਹੈ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸਮੇਂ ਜੋ ਵਿਉਂਤਬੰਦੀ ਕੀਤੀ ਹੈ ਉਹ ਸੱਚਮੁੱਚ ਹੀ ਕਾਬਿਲੇ ਤਾਰੀਫ ਹੈ। ਮਨੁੱਖ ਜੋ ਹੈ ਕਾਇਲ ਹੋਏ ਬਿਨਾਂ ਨਹੀਂ ਰਹਿ ਸਕਦਾ, ਕਿਉਂਕਿ ਸਭ ਤੋਂ ਪਹਿਲਾਂ ਉਹਨਾਂ ਨੇ ਜਪਜੀ, ਜਿਵੇਂ ਮੂਲ ਮੰਤਰ ਤੋਂ ਬਾਅਦ ਜਪਜੀ ਜਾਂ ਸੋਦਰ ਬਾਣੀਆਂ ਜੋ ਆਉਂਦੀਆਂ ਹਨ ਉਹਨਾਂ ਦੀ ਜੋ ਹੈ ਵਿਉਂਤਬੰਦੀ ਕੀਤੀ ਹੈ। ਉਸ ਤੋਂ ਬਾਅਦ ਲੰਮੀਆਂ ਕਵਿਤਾਵਾਂ ਅਤੇ ਭਗਤ ਬਾਣੀ, ਭਾਵ ਪਹਿਲਾਂ ਸ਼ਬਦ ਆਉਂਦੇ ਹਨ, ਫਿਰ ਅਸ਼ਟਪਦੀਆਂ ਆਉਂਦੀਆਂ ਹਨ, ਫਿਰ ਛੰਦ ਆਉਂਦੇ ਹਨ, ਫਿਰ ਲੰਮੀਆਂ ਕਵਿਤਾਵਾਂ ਅਤੇ ਅੰਤ ਵਿੱਚ ਭਗਤਾਂ ਦੀ ਬਾਣੀ ਅਤੇ ਹੋਰ ਫੁਟਕਲ ਰਚਨਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਅਤੇ ਇਸ ਤਰ੍ਹਾਂ ਜੋ ਲੇਖਕਾਂ ਦੀ ਵੰਡ ਵੀ ਜੋ ਹੈ ਉਹ ਵੀ ਬੜੀ ਤਰਤੀਬ ਦੇ ਨਾਲ ਕੀਤੀ ਗਈ ਹੈ, ਕਿਉਂਕਿ ਪਹਿਲਾਂ ਗੁਰੂ ਸਾਹਿਬਾਨ ਦੀ ਬਾਣੀ ਹੈ ਅਤੇ ਉਸ ਤੋਂ ਬਾਅਦ ਭਗਤਾਂ ਦੀ ਅਤੇ ਫਿਰ ਭੱਟਾਂ ਦੀ ਬਾਣੀ ਸ਼ਾਮਿਲ ਕੀਤੀ ਗਈ ਹੈ। ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਜਿਵੇਂ ਕਿ ਦੱਸ ਦਿੱਤਾ ਗਿਆ ਹੈ ਕਿ ਮਹੱਲਾ ਸ਼ਬਦ ਦੀ ਵਰਤੋਂ ਕੀਤੀ ਗਈ ਹੈ। ਭਗਤਾਂ ਦੇ ਜਿਹੜੇ ਹਨ ਉਸ ਬਾਣੀ ਦੇ ਉੱਤੇ ਨਾਮ ਦਿੱਤੇ ਗਏ ਹਨ ਅਤੇ ਜੋ ਤਕਨੀਕੀ ਵਿਸ਼ੇਸ਼ਤਾ ਵੀ ਇਸ ਬਾਣੀ ਦੀ ਇੱਕ ਵੱਖਰੀ ਹੈ ਕਿ ਜੋ ਰਾਗ ਹਨ, ਜਿੱਥੇ ਹਰ ਇੱਕ ਰਾਗ ਦੀ ਆਪਣੀ ਇੱਕ ਵਿਸ਼ੇਸ਼ਤਾ ਹੁੰਦੀ ਹੈ, ਹਰ ਰਾਗ ਜੋ ਹੈ ਉਸਦਾ ਵਿਸ਼ਾ ਵੀ ਉਹਨਾਂ ਰਾਗਾਂ ਅਨੁਸਾਰ ਹੀ ਜੋ ਹੈ ਚੁਣਿਆ ਗਿਆ ਹੈ। ਪ੍ਰਮਾਣ ਵਜੋਂ ਜਿਵੇਂ ਸੂਹੀ ਰਾਗ ਖੇੜੇ ਦਾ ਰਾਗ ਹੈ, ਖੁਸ਼ੀਆਂ ਦਾ ਰਾਗ ਹੈ, ਇਸ ਲਈ ਗੁਰੂ ਰਾਮਦਾਸ ਦੇ ਲਾਵਾਂ ਵਾਲੇ ਸ਼ਬਦ ਜੋ ਹਨ ਉਹ ਇਸ ਰਾਗ ਵਿੱਚ ਦਰਜ ਹਨ। ਅਤੇ ਮਾਰੂ ਰਾਗ ਜੋ ਹੈ ਯੁੱਧ ਦਾ ਰਾਗ ਹੈ ਅਤੇ ਇਸ ਵਿੱਚ ਮਨੁੱਖੀ ਆਚਰਣ ਸੰਬੰਧੀ ਸਿੱਖਿਆ ਦਿੱਤੀ ਗਈ ਹੈ। ਤਾਂ ਮਤਲਬ ਇਹ ਰਾਗ ਦੇ ਆਧਾਰ 'ਤੇ ਵੀ, ਵਿਸ਼ੇ ਦੇ ਆਧਾਰ 'ਤੇ ਵੀ ਔਰ ਕਵੀਆਂ ਦੇ ਆਧਾਰ 'ਤੇ ਵੀ, ਭਾਵ ਗੁਰੂ ਕਵੀ ਜਾਂ ਭਗਤ ਕਵੀਆਂ ਦੀ ਬਾਣੀ ਕਿਸ ਤਰਤੀਬ ਦੇ ਨਾਲ ਜੋ ਸ਼ਾਮਿਲ ਕੀਤੀ ਗਈ ਹੈ ਜਾਂ ਸ਼ਾਮਿਲ ਕੀਤੀ ਜਾਣੀ ਚਾਹੀਦੀ ਸੀ, ਇਸ ਨੂੰ ਗੁਰੂ ਅਰਜਨ ਦੇਵ ਜੀ ਨੇ ਜੋ ਹੈ ਬੜੀ ਹੀ ਸੁਘੜਤਾ ਦੇ ਨਾਲ ਔਰ ਬੜੀ ਹੀ ਬੁੱਧੀਮਤਾ ਦੇ ਨਾਲ ਔਰ ਬੜੀ ਜੋ ਹੈ ਆਪਣੀ ਇੱਕ ਘਾਲਣਾ ਦੇ ਨਾਲ ਸੰਪੂਰਨ ਰੂਪ ਦੇ ਵਿੱਚ ਉਲੀਕਿਆ ਹੈ। ਇਸ ਤੋਂ ਬਾਅਦ ਆ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਦਾ ਸਮਾਜਿਕ ਅਤੇ ਇਤਿਹਾਸਕ ਪੱਖ ਜੋ ਹੈ ਜਾਂ ਇਤਿਹਾਸਕ ਵਿਸ਼ੇਸ਼ਤਾਵਾਂ ਹਨ। ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਇਸ ਦੀ ਸਰਵ ਸਾਂਝੀਵਾਲਤਾ ਦਾ, ਕਿਉਂਕਿ ਸਭੇ ਸਾਂਝੀਵਾਲ ਸਦਾਇਨ, ਕਿਉਂਕਿ ਜਿੰਨੇ ਵੀ ਗੁਰੂ ਸਾਹਿਬਾਨ ਹਨ ਉਹਨਾਂ ਦੀ ਬਾਣੀ ਜਿਹੜੀ ਹੈ ਸਰਵ ਸਾਂਝੀਵਾਲਤਾ ਦਾ ਪ੍ਰਤੀਕ ਹੈ। ਮਨੁੱਖ ਨੂੰ ਆਪਸੀ ਪ੍ਰੇਮ ਅਤੇ ਭਾਈਚਾਰੇ ਦਾ ਸੰਦੇਸ਼ ਪ੍ਰਵਾਹਿਤ ਕਰਦੀ ਹੈ ਔਰ ਵਹਿਮਾਂ ਭਰਮਾਂ ਦਾ ਖੰਡਨ ਕੀਤਾ ਗਿਆ ਹੈ। ਗੁਰਬਾਣੀ ਦੇ ਵਿੱਚ ਵਹਿਮਾਂ ਭਰਮਾਂ ਦਾ ਖੰਡਨ ਜੋ ਹੈ, ਭਾਵੇਂ ਉਹ ਕਿਸੇ ਤਰ੍ਹਾਂ ਦੀ ਤੀਰਥ ਯਾਤਰਾ ਹੈ, ਭੇਖਾਂ ਦਾ ਖੰਡਨ, ਪਾਖੰਡਾਂ ਦਾ, ਜਾਂ ਫਿਰ ਜੋ ਸੁੰਨਤ ਕਰਨੀ ਜਾਂ ਰੋਜ਼ੇ ਰੱਖਣੇ ਜਾਂ ਮੰਤਰ ਪੜ੍ਹਨੇ ਜਾਂ ਮਾਲਾ ਫੇਰਨੀਆਂ, ਕਥਾ ਕਰਨੀ, ਹੱਜ ਜਾਣਾ ਜਾਂ ਮੱਥੇ ਟੇਕਣੇ ਜਾਂ ਟਿਕਾਉਣਾ, ਮਤਲਬ ਇਹਨਾਂ ਸਾਰੀਆਂ ਜੋ ਉਸ ਸਮੇਂ ਦੀਆਂ ਜੋ ਵਹਿਮ ਸਨ ਜਾਂ ਭਰਮ ਸਨ ਉਹਨਾਂ ਦਾ ਬੜੀ ਮੁਖਰ ਜਾਂ ਬੁਲੰਦ ਆਵਾਜ਼ ਦੇ ਵਿੱਚ ਖੰਡਨ ਹੋਇਆ ਮਿਲਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਸਭ ਤੋਂ ਵੱਡਾ ਹਵਾਲਾ ਅਸੀਂ ਗੁਰੂ ਨਾਨਕ ਦੇਵ ਜੀ ਦਾ ਜੋ ਜਨੇਊ ਦੀ ਰਸਮ ਦਾ ਖੰਡਨ ਕਰਦਿਆਂ ਹੋਇਆਂ ਜੋ ਉਹਨਾਂ ਨੇ ਬਾਣੀ ਉਚਾਰੀ ਸੀ ਉਸ ਦਾ ਦੇ ਸਕਦੇ ਹਾਂ ਕਿ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹ ਜਨੇਊ ਜੀ ਕਾ ਹਈ ਤਾਂ ਪਾਂਦੇ ਘੱਟ, ਹਈ ਤਾਂ ਪਾਂਡੇ ਘੱਟ। ਸੋ ਇਸੇ ਤਰ੍ਹਾਂ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਜਾਂ ਫਿਰ ਅਸੀਂ ਕਹਿ ਸਕਦੇ ਹਾਂ ਕਿ ਹਿੰਦੂ ਅੰਨਾ ਤੁਰਕ ਕਾਣਾ ਦੋਹਾਂ 'ਤੇ ਗਿਆਨੀ ਸਿਆਣਾ, ਇਹ ਜਾਤ ਪਾਤ ਦੀ ਨਿਖੇਧੀ ਕਰਨ ਵਾਲੀਆਂ ਉਕਤੀਆਂ ਹਨ ਭਗਤ ਨਾਮਦੇਵ ਦੀਆਂ। ਜਦੋਂ ਭਗਤ ਨਾਮਦੇਵ ਜੀ ਲਿਖਦੇ ਹਨ ਕਿ ਹਿੰਦੂ ਪੂਜੇ ਦੇਹੁਰਾ ਮੁਸਲਮਾਨ ਮਸੀਤ, ਨਾਮੇ ਸੇ ਹੀ ਸੇਵਿਆ ਜਹਾਂ ਦੇਹੁਰਾ ਨਾ ਮਸੀਤ, ਜਾਂ ਮਾਥੇ ਤਿਲਕ ਹਾਥ ਮਾਲਾ ਬਾਣਾ, ਮਾਥੇ ਤਿਲਕ ਹੱਥ ਮਾਲਾ ਬਾਣਾ, ਲੋਗਣ ਰਾਮ ਖਿਲਾਉਣਾ ਜਾਣਾ। ਅਤੇ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਲਿਖਦੇ ਹਨ ਕਿ ਸਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾ ਲਓ, ਕਾਜੀ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾ ਲਓ। ਇਹਨਾਂ ਸਾਰੀਆਂ ਜੋ ਬਾਣੀਆਂ ਹਨ ਇਹਨਾਂ ਤੋਂ ਸਪਸ਼ਟ ਹੁੰਦਾ ਹੈ
ਕਿ ਬਾਣੀਕਾਰਾਂ ਨੇ ਵਹਿਮਾਂ ਭਰਮਾਂ ਦਾ ਅਤੇ ਜਾਤ ਪਾਤ ਦਾ ਜੋ ਹੈ ਬੜੇ ਮੁਖਰ ਤੇ ਬੁਲੰਦ ਆਵਾਜ਼ ਦੇ ਵਿੱਚ ਖੰਡਨ ਕੀਤਾ ਹੈ, ਕਿਉਂਕਿ ਜਾਤ ਪਾਤ ਜੋ ਹੈ ਊਚ ਨੀਚ ਛੂਆ-ਛਾਤ ਤੇ ਵਰਣ ਆਸ਼ਰਮ ਨੂੰ ਵੀ ਇਸ ਦੇ ਨਾਲ ਨਕਾਰਿਆ ਹੈ, ਕਿਉਂਕਿ ਗੁਰੂ ਸਾਹਿਬਾਨ ਅਨੁਸਾਰ ਮਨੁੱਖ ਜੋ ਹੈ ਇੱਕੋ ਹੀ ਨੂਰ ਉਸ ਜੋ ਕਣ ਕਣ ਦੇ ਵਿੱਚ ਰਮਿਆ ਹੋਇਆ ਹੈ ਸ੍ਰਿਸ਼ਟੀ ਦੇ, ਉਸੇ ਦੀ ਉਪਜ ਹੈ। ਸੋ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਜਾਂ ਵਿੱਥ ਜੋ ਹੈ ਕਿਉਂ ਰੱਖੀ ਜਾਏ। ਇਸ ਸੰਬੰਧ ਵਿੱਚ ਗੁਰੂ ਜੋ ਭਗਤ ਕਬੀਰ ਜੀ ਦਾ ਇੱਕ ਸ਼ਲੋਕ ਹੈ ਕਿ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ, ਜਿਸ ਬਾਰੇ ਜੋ ਇਸ ਦੀ ਸ਼ੁਰੂਆਤ ਹੁੰਦੀ ਹੈ ਕਿ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਸੇ ਦੇ ਨਾਲ ਹੀ ਨਾਰੀ ਦਾ ਸਨਮਾਨ ਜੋ ਹੈ ਇਹ ਵੀ ਗੁਰੂ ਗ੍ਰੰਥ ਸਾਹਿਬ ਇੱਕ ਅਜਿਹੀ ਕਿਰਤ ਹੈ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਉਸ ਸਮੇਂ ਦੇ ਵਿੱਚ ਜਦੋਂ ਨਾਰੀ ਨੂੰ ਜੋ ਹੈ ਬਹੁਤ ਭੰਡਿਆ ਜਾਂਦਾ ਸੀ, ਤਿਰਸਕਾਰਿਆ ਜਾਂਦਾ ਸੀ, ਜਾਂ ਉਸਨੂੰ ਇੱਕ ਤਰ੍ਹਾਂ ਦੇ ਨਾਲ ਪੈਰਾਂ ਹੇਠ ਕੁਚਲਣ ਜਿਹੀ ਸਥਿਤੀ ਸੀ ਨਾਰੀ ਦੀ, ਤੇ ਉਸ ਸਮੇਂ ਗੁਰੂ ਅਰਜਨ ਦੇਵ ਜੀ ਨੇ ਨਾਰੀ ਦੇ ਗੁਰੂ ਨਾਨਕ ਦੇਵ ਜੀ ਨੇ ਨਾਰੀ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦਿਆਂ ਹੋਇਆਂ ਇਹ ਜੋ ਉਚਾਰਿਆ ਸੀ ਬਾਣੀ ਦੇ ਵਿੱਚ ਕਿ ਭੰਡ ਜੰਮੀ ਹੈ ਭੰਡ ਨਿਮੀ ਹੈ ਭੰਡ ਮੰਗਣ ਵਿਆਹੋ, ਭੰਡ ਹੋਵੈ ਦੋਸਤੀ ਭੰਡ ਚੱਲੈ ਰਾਹੋ, ਭੰਡ ਮੂਆ ਭੰਡ ਭਾਲੀ ਹੈ ਭੰਡ ਹੋਵੈ ਬੰਧਾਨ, ਸੋ ਕਿਉ ਮੰਦਾ ਆਖੀਐ ਜਿਤ ਜੰਮਹਿ ਰਾਜਾਨ। ਇਹ ਆਪਣੀ ਮਿਸਾਲ ਆਪ ਹੈ, ਕਿਉਂਕਿ ਅੱਜ ਤੋਂ ਜੋ ਹੈ 550 ਸਾਲ ਪਹਿਲਾਂ ਗੁਰੂ ਨਾਨਕ ਦੇਵ ਜੀ ਨੇ ਨਾਰੀ ਦੇ ਹੱਕ ਦੇ ਵਿੱਚ ਆਵਾਜ਼ ਉਠਾਈ ਔਰ ਕਿਰਤ ਕਰੋ ਤੇ ਵੰਡ ਛਕੋ ਦਾ ਸੰਕਲਪ ਜੋ ਸੀ ਉਹ ਪ੍ਰਸਾਰਿਤ ਕੀਤਾ। ਤੇ ਇਸ ਦੇ ਨਾਲ ਜੋ ਲੰਗਰ ਦੀ ਪ੍ਰਥਾ ਚਲਾਈ, ਇਹ ਸਭ ਤੋਂ ਵੱਡੀ ਜੋ ਇੱਕ ਤਰ੍ਹਾਂ ਦੇ ਨਾਲ ਊਚ ਨੀਚ ਜਾਂ ਛੂਤ ਛਾਤ ਜਾਂ ਭੇਦਭਾਵ ਦਾ ਖਾਤਮਾ ਕਰਨ ਦੀ ਇਹ ਪ੍ਰਥਾ ਸੀ ਜੋ ਗੁਰੂ ਅਮਰਦਾਸ ਜੀ ਨੇ ਲੰਗਰ ਚਲਾਇਆ। ਤੇ ਇਸ ਤਰ੍ਹਾਂ ਜੋ ਸਾਂਝੇ ਸਰੋਵਰ ਬਣਾਏ ਔਰ ਉਹਨਾਂ ਸਰੋਵਰਾਂ ਦੇ ਵਿੱਚ ਜੋ ਹੈ ਬਿਨਾਂ ਕਿਸੇ ਜਾਤ ਜਾਂ ਧਰਮ ਦੇ ਵਿਤਕਰੇ ਤੋਂ ਸਭ ਦਾ ਉੱਥੇ ਜੋ ਆਗਮਨ ਸੀ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਸਮਾਜਿਕ ਅਤੇ ਇਤਿਹਾਸਕ ਦ੍ਰਿਸ਼ਟੀ ਤੋਂ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਦੇ ਵਿੱਚ ਵਡਮੁੱਲਾ ਯੋਗਦਾਨ ਪਾਉਂਦੀਆਂ ਹਨ। ਅਤੇ ਇਸ ਤੋਂ ਵੱਡੀ ਗੱਲ ਕਿ ਵਾਕਫੀਅਤ ਦਾ ਖਜ਼ਾਨਾ ਹੈ ਗੁਰੂ ਗ੍ਰੰਥ ਸਾਹਿਬ ਜੋ ਹੈ ਉਸ ਸਮੇਂ ਦੇ ਭਾਵ 500 ਸਾਲਾਂ ਦਾ ਜੋ ਇਤਿਹਾਸ ਹੈ, ਜੋ ਉਸ ਸਮੇਂ ਦਾ ਸੱਭਿਆਚਾਰ ਹੈ, ਜੋ ਸਾਹਿਤ ਹੈ, ਜੋ ਉਸ ਸਮੇਂ ਦੀਆਂ ਭਾਸ਼ਾਵਾਂ ਸਨ, ਜੋ ਉਸ ਸਮੇਂ ਦੇ ਲੋਕਾਂ ਦੀ ਵਿਚਾਰਧਾਰਾ ਸੀ, ਇਸ ਦਾ ਜੋ ਹੈ ਇੱਕ ਕਹਿ ਸਕਦੇ ਹਾਂ ਕਿ ਬਹੁਤ ਵੱਡਾ ਖਜ਼ਾਨਾ ਹੈ, ਭਰਪੂਰ ਭੰਡਾਰੇ ਭਰੇ ਹੋਏ ਹਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ। ਸੋ ਸਮੁੱਚੇ ਰੂਪ ਦੇ ਵਿੱਚ ਜਾਂ ਸਿੱਟੇ ਵਜੋਂ ਕਿਹਾ ਜਾ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੋ ਹੈ ਇਸ ਦਾ ਪੰਜਾਬੀ ਸਾਹਿਤ ਜਾਂ ਭਾਰਤੀ ਸਾਹਿਤ ਜਾਂ ਵਿਸ਼ਵ ਦੇ ਸਾਹਿਤ ਦੇ ਵਿੱਚ ਇੱਕ ਵਡਮੁੱਲਾ ਸਥਾਨ ਹੈ, ਕਿਉਂਕਿ ਇਹ ਆਪਣੇ ਆਪ ਦੇ ਵਿੱਚ ਆਕਾਰ ਪੱਖੋਂ, ਵਿਚਾਰ ਪੱਖੋਂ ਅਤੇ ਪ੍ਰਕਾਰ ਪੱਖੋਂ ਇੱਕ ਵਡਮੁੱਲੀ ਰਚਨਾ ਹੈ। ਇੱਕ ਅਜਿਹੀ ਵਿਰਾਸਤ ਹੈ ਜੋ ਮਨੁੱਖ ਦੀ ਮਨੁੱਖਤਾ ਨੂੰ ਜਾਂ ਮਨੁੱਖ ਦੀ ਗੈਰਤ ਨੂੰ ਸਥਾਪਿਤ ਕਰਨ ਦੀ ਇੱਕ ਬਹੁਤ ਵੱਡੀ ਚਾਰਾਜੋਈ ਹੈ ਔਰ ਮਨੁੱਖ ਦੇ ਉਜਵਲ ਭਵਿੱਖ ਨੂੰ ਰੋਸ਼ਨ ਕਰਨ ਵਾਲੀ ਇਹ ਵਿਚਾਰਧਾਰਾ ਹੈ। ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਨੇ ਸਮਾਜ ਨੂੰ ਇੱਕ ਸੁਰ ਅਤੇ ਇੱਕ ਲੜੀ ਦੇ ਵਿੱਚ, ਏਕੇ ਦੀ ਲੜੀ ਦੇ ਵਿੱਚ ਪਰੋਣ ਦਾ ਜੋ ਸੰਦੇਸ਼ ਦਿੱਤਾ ਹੈ, ਔਰ ਸਾਹਿਤਕ ਦ੍ਰਿਸ਼ਟੀ ਤੋਂ ਜਿੰਨਾ ਨਿਵੇਕਲਾ ਦਰਸ਼ਨ ਜੋ ਹੈ ਇਸ ਦੇ ਵਿੱਚ ਸਮਾਇਆ ਹੋਇਆ ਹੈ, ਜਿੰਨੀਆਂ ਵਿਚਾਰਧਾਰਾਵਾਂ ਇਸ ਦੇ ਵਿੱਚ ਸਮਾਈਆਂ ਹੋਈਆਂ ਹਨ, ਜਿੰਨੇ ਵਿਸ਼ੇ ਇਸ ਦੇ ਵਿੱਚ ਸਮਾਏ ਹੋਏ ਹਨ, ਜਿੰਨੇ ਕਾਵਰੂਪ ਹਨ, ਜਿੰਨੇ ਛੰਦ ਹਨ, ਜਿੰਨੇ ਅਲੰਕਾਰ ਹਨ, ਜਿੰਨੇ ਰਸ ਹਨ, ਇਹੋ ਜਿਹਾ ਉਤਕ੍ਰਿਸ਼ਟ ਭੰਡਾਰ ਜੋ ਹੈ ਅੱਜ ਤੱਕ ਦਾ ਆਪਣੇ ਆਪ ਦੇ ਵਿੱਚ ਵਡਮੁੱਲਾ ਸਾਹਿਤਕ ਵਿਰਸਾ ਹੈ, ਜੋ ਕਿਸੇ ਵੀ ਦੁਨੀਆ ਦੇ ਕਿਸੇ ਵੀ ਧਰਮ ਜਾਂ ਸਾਹਿਤ ਦੇ ਵਿੱਚ ਅਜਿਹੀ ਕੋਈ ਮਿਸਾਲ ਵੇਖਣ ਨੂੰ ਨਹੀਂ ਮਿਲਦੀ। ਸੋ ਉਸ ਸਮੇਂ ਦੇ ਸਮਾਜਿਕ, ਆਰਥਿਕ ਜਾਂ ਜੋ ਰਾਜਸੀ ਜੀਵਨ ਦੀ ਵਾਕਫੀਅਤ ਹੈ, ਇਸ ਮਹਾਨ ਗ੍ਰੰਥ ਦੇ ਵਿੱਚੋਂ ਸਾਨੂੰ ਇਸ ਦੇ ਦੀਦਾਰ ਹੁੰਦੇ ਹਨ। ਔਰ ਉਮੀਦ ਹੈ ਕਿ ਵਿਦਿਆਰਥੀਆਂ ਨੂੰ ਗੁਰੂ ਗ੍ਰੰਥ ਸਾਹਿਬ ਬਾਰੇ ਕੀਤੀ ਗਈ ਇਹ ਚਰਚਾ ਜੋ ਹੈ ਉਹਨਾਂ ਦੇ ਕਾਫੀ ਲਾਹੇਵੰਦ ਉਹਨਾਂ ਲਈ ਸਾਬਿਤ ਹੋਏਗੀ, ਇਮਤਿਹਾਨੀ ਦ੍ਰਿਸ਼ਟੀ ਤੋਂ ਉਹਨਾਂ ਦਾ ਕਾਫੀ ਮਾਰਗਦਰਸ਼ਨ ਕਰੇਗੀ, ਕਿਉਂਕਿ ਅਸੀਂ ਆਪਣੀ ਜੋ ਗੱਲਬਾਤ ਹੈ, ਆਪਣੀ ਵਿਚਾਰਧਾਰਾ ਹੈ, ਗੁਰੂ ਗ੍ਰੰਥ ਸਾਹਿਬ ਦੀ ਧਾਰਮਿਕ ਮਹੱਤਤਾ ਨੂੰ ਇੱਕ ਪਾਸੇ ਰੱਖ ਕੇ ਸਿਰਫ ਸਾਹਿਤਕ ਮਹੱਤਤਾ ਤੱਕ, ਇਸ ਦੀ ਸਾਹਿਤਕ ਮਹਾਨਤਾ ਜਾਂ ਸਮਾਜਿਕ ਜਾਂ ਇਤਿਹਾਸਕ ਦ੍ਰਿਸ਼ਟੀ ਤੋਂ ਇਸ ਦਾ ਵਿਸ਼ਵ ਦੇ ਇਤਿਹਾਸ ਦੇ ਵਿੱਚ ਕੀ ਯੋਗਦਾਨ ਹੈ, ਇਸ ਸੰਦਰਭ ਤੱਕ ਹੀ ਸੀਮਿਤ ਰੱਖੀ ਹੈ। ਸੋ ਉਮੀਦ ਹੈ ਕਿ ਵਿਦਿਆਰਥੀਆਂ ਦੇ ਲਈ ਇਹ ਚਰਚਾ ਕਾਫੀ ਲਾਹੇਵੰਦ ਸਾਬਿਤ ਹੋਏਗੀ।
ਅਤੇ ਇਹ ਚੈਨਲ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਹੈ? ਇਸ ਚੈਨਲ ਦੁਆਰਾ ਜਾਰੀ ਕੀਤੀਆਂ ਗਈਆਂ ਜੋ ਲੈਕਚਰ ਲੜੀਆਂ ਨੇ, ਇਹ ਤੁਹਾਡੇ ਵਿਕਾਸ ਦੇ ਵਿੱਚ, ਤੁਹਾਡੀ ਪੜ੍ਹਾਈ ਦੇ ਵਿੱਚ ਯੋਗਦਾਨ ਪਾਉਣ ਦੇ ਵਿੱਚ ਕਿਸ ਹੱਦ ਤੱਕ ਸਫਲ ਹੋ ਪਾ ਰਹੀਆਂ ਨੇ, ਇਸ ਬਾਰੇ ਤੁਸੀਂ ਕਮੈਂਟ ਕਰਕੇ ਵੀ ਆਪਣੀ ਰਾਏ ਦੱਸ ਸਕਦੇ ਹੋ। ਅਤੇ ਨਾਲ ਹੀ ਅਗਰ ਇਹ ਚੈਨਲ ਜਾਂ ਇਸ ਚੈਨਲ ਦੀਆਂ ਜੋ ਲੜੀਆਂ ਹਨ, ਜੋ ਸਾਹਿਤਕ ਦ੍ਰਿਸ਼ਟੀ ਤੋਂ ਜਾਂ ਫਿਰ ਇਮਤਿਹਾਨੀ ਨਜ਼ਰੀਏ ਤੋਂ ਜੋ ਲੈਕਚਰ ਇਸ ਚੈਨਲ ਦੇ ਉੱਤੇ ਅਪਲੋਡ ਕੀਤੇ ਜਾ ਰਹੇ ਹਨ, ਇਹਨਾਂ ਲੈਕਚਰਸ ਦੇ ਆਧਾਰ 'ਤੇ ਤੁਸੀਂ ਆਪਣੀ ਪੜ੍ਹਾਈ ਨੂੰ ਸਿਰੇ ਚੜਾਉਣ ਦੇ ਵਿੱਚ ਕਿੱਥੋਂ ਤੱਕ ਸਫਲ ਹੋ ਰਹੇ ਹੋ, ਇਸ ਬਾਰੇ ਵੀ ਆਪਣੀ ਰਾਏ ਜ਼ਰੂਰ ਦੇ ਸਕਦੇ ਹੋ। ਅਤੇ ਜੇਕਰ ਇਹ ਚੈਨਲ ਤੁਹਾਨੂੰ ਪਸੰਦ ਆ ਰਿਹਾ ਹੈ, ਇਹ ਲੈਕਚਰ ਲੜੀਆਂ ਤੁਹਾਡੀ ਪੜ੍ਹਾਈ ਦੇ ਵਿੱਚ ਤੁਹਾਡਾ ਸਹਿਯੋਗ ਕਰਨ ਦੇ ਵਿੱਚ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ, ਤਾਂ ਇਹਨਾਂ ਲੈਕਚਰ ਲੜੀਆਂ ਨੂੰ, ਇਸ ਸਾਹਿਤਕ ਸੱਥ ਚੈਨਲ ਨੂੰ ਆਪਣੇ ਹੋਰ ਵਿਦਿਆਰਥੀ ਸਾਥੀਆਂ ਦੇ ਨਾਲ ਸਾਂਝਾ ਕਰਨਾ, ਲਾਈਕ ਕਰਨਾ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸੋ ਮਿਲਾਂਗੇ ਕਿਸੇ ਅਗਲੇ ਲੈਕਚਰ ਦੇ ਵਿੱਚ ਕੋਈ ਹੋਰ ਵਿਸ਼ਾ ਲੈ ਕੇ। ਤਦ ਤੱਕ ਲਈ ਇਜਾਜ਼ਤ। ਧੰਨਵਾਦ।